ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਰੋਜ਼ ਦੀ ਤਰ੍ਹਾਂ ਲੈ ਕੇ ਪ੍ਰੋਗਰਾਮ ਜਿਹਦੇ ਵਿੱਚ ਹਰ ਰੋਜ਼ ਕੋਸ਼ਿਸ਼ ਰਹਿੰਦੀ ਹੈ ਇੱਕ ਨਵੇਂ ਟੌਪਿਕ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਈ ਹੈ। ਜਿਹੜੀ ਕੁਐਰੀਜ਼ ਤੁਹਾਡੀਆਂ ਸਾਡੇ ਤੱਕ ਪਹੁੰਚਦੀਆਂ ਨੇ ਉਹਨਾਂ ਮੁਤਾਲਿਕ ਤੁਹਾਡੇ ਅੱਗੇ ਸਾਰੇ ਸਵਾਲ ਜਵਾਬ ਜਿਹੜੇ ਪਹੁੰਚਾਏ ਜਾ ਸਕਣ। ਅੱਜ ਵੀ ਇਸੇ ਕੋਸ਼ਿਸ਼ ਦੇ ਤਹਿਤ ਜਿਹੜੇ ਬਹੁਤ ਜ਼ਿਆਦਾ ਸਵਾਲ ਕੈਨੇਡਾ ਨੂੰ ਲੈ ਕੇ ਆ ਰਹੇ ਸੀ, ਕੈਨੇਡਾ ਜਿਹੜੇ ਬੱਚੇ ਪੜ੍ਹਨ ਜਾਣਾ ਚਾਹੁੰਦੇ ਨੇ, ਖਾਸ ਕਰ ਜਿਹੜੇ ਇੰਜੀਨੀਅਰਸ ਨੇ ਜਾਂ ਨਰਸਿੰਗ ਨਾਲ ਰਿਲੇਟਡ ਜਿਹੜੇ ਫੀਲਡ ਹੈ, ਕਿਸੇ ਨੇ ਚਾਹੇ GNM ਕੀਤੀ ਹੈ, ANM ਕੀਤੀ ਹੈ ਜਾਂ BSc ਨਰਸਿੰਗ ਹੈ, ਬਹੁਤ ਜ਼ਿਆਦਾ ਉਹਨਾਂ ਦੀ ਕੁਐਰੀ ਸੀਗੀਆਂ ਵੀ ਸਾਡੇ ਲਈ ਕੀ ਆਪਸ਼ਨਸ ਨੇ, ਕਿਵੇਂ ਬੈਟਰ ਫਿਊਚਰ ਹੋ ਸਕਦਾ ਹੈ, ਜਾਂ ਜਿਹੜੇ ਸਿਰਫ ਹਾਈਲਾਈਟ ਕੀਤੇ ਜਾ ਰਹੇ SPP ਕਾਲਜਿਸ ਤੋਂ ਇਲਾਵਾ ਵੀ ਕੋਈ ਆਪਸ਼ਨਸ ਨੇ ਜਾਂ ਨਹੀਂ, ਉਹਨਾਂ ਤੋਂ ਇਲਾਵਾ ਕੋਰਸਿਸ ਜਾਂ ਪ੍ਰੋਗਰਾਮਸ ਕਿਹੜੇ ਨੇ, ਜਾਂ ਸਿਰਫ ਟੋਰਾਂਟੋ, ਵੈਨਕੂਵਰ ਜਾਂ ਜਿਹੜੇ ਕੁਝ ਖਾਸ ਸਿਟੀਜ਼ ਉਹਨਾਂ ਨੂੰ ਹਟ ਕੇ ਜੇ ਜਾਣਾ ਚਾਹੁਣ ਤਾਂ ਉਹਦੀਆਂ ਕਿਹੜੀ ਉਹਨਾਂ ਲਈ ਆਪਸ਼ਨਸ ਨੇ। ਇਹ ਸਾਰੀ ਹੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਖਾਸ ਕਰ ਗੈਸਟ ਤੇ ਐਕਸਪਰਟ ਨੂੰ ਸੱਦਾ ਦਿੱਤਾ ਗਿਆ। ਜਿਹੜੇ ਐਕਸਪਰਟ ਮੇਰੇ ਨਾਲ ਮੌਜੂਦ ਨੇ ਉਹਨੇ ਜੀ ਵੈਸਟਰਨ ਓਵਰਸੀਜ਼ ਤੋਂ ਪ੍ਰਦੀਪ ਜੀ, ਤੇ ਖਾਸ ਕਰ ਜਿਹੜੇ ਗੈਸਟ ਜਿਹੜੇ ਕਿ ਖੁਦ ਕੈਨੇਡਾ ਤੋਂ ਇੱਕ ਯੂਨੀਵਰਸਿਟੀ ਤੋਂ ਅਸੀਂ ਖਾਸ ਕਰ ਸੱਦਾ ਦਿੱਤਾ, ਉਹਨੇ ਐਲੀਨੋਰ ਡਾਇਰੈਕਟਰ ਆਫ ਇੰਟਰਨੈਸ਼ਨਲ ਰਿਕਰੂਟਮੈਂਟ ਐਂਡ ਬ੍ਰੈਟ ਮੈਨੇਜਰ ਆਫ ਇੰਟਰਨੈਸ਼ਨਲ ਰਿਕਰੂਟਮੈਂਟ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਸੈਂਸਗਾ ਬ੍ਰੈਟ ਸੈਂਸਗਾ। ਸੋ ਪ੍ਰਦੀਪ ਜੀ, ਬਹੁਤ ਬਹੁਤ ਸਵਾਗਤ। ਸੋ ਅੱਜ ਵੈਸਟਰਨ ਓਵਰਸੀਜ਼ ਵੱਲੋਂ ਅਲੱਗ-ਅਲੱਗ ਸਮੇਂ ਤੇ ਜਿਹੜਾ ਉਪਰਾਲਾ ਕੀਤਾ ਜਾਂਦਾ ਵੀ ਤੁਹਾਡੇ ਅੱਗੇ ਸੈਮੀਨਾਰਸ ਲੈ ਕੇ ਵੀ ਹਾਜ਼ਰ ਹੋਇਆ ਜਾਂਦਾ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਤਾਂ ਕਿ ਜਿਹੜੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਨੇ ਜਿਹੜੇ ਦੂਰ ਵਿਜ਼ਿਟ ਨਹੀਂ ਕਰ ਸਕਦੇ, ਕੋਈ ਪੜ੍ਹਾਈ ਆਪਣਾ ਕੰਟੀਨਿਊ ਕਰ ਰਿਹਾ ਜਾਂ ਜੌਬ ਕਰ ਰਿਹਾ, ਉਹਨਾਂ ਲਈ ਥੋੜਾ ਈਜ਼ੀ ਹੋ ਜਾਂਦਾ ਜਦੋਂ ਆਪਣੇ ਸ਼ਹਿਰ ਦੇ ਵਿੱਚ ਸੈਮੀਨਾਰ ਹੁੰਦਾ। ਉਹ ਸੈਮੀਨਾਰ ਦੀ ਡੇਟਸ ਤੇ ਸੈਮੀਨਾਰਸ ਦਾ ਵੈਨਿਊ ਸਕਰੋਲ ਲੂਪ ਦੇ ਵਿੱਚ ਵੀ ਚੱਲ ਰਿਹਾ ਜੀ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। 5 ਤਾਰੀਖ ਸੈਟਰਡੇ ਯਮੁਨਾ ਨਗਰ, 6 ਤਰੀਕ ਜਲੰਧਰ, 12 ਨੂੰ ਅੰਬਾਲਾ, 13 ਅੰਮ੍ਰਿਤਸਰ, 19 ਕੁਰੂਕਸ਼ੇਤਰ, 20 ਲੁਧਿਆਣਾ, 26 ਕਰਨਾਲ ਤੇ 27 ਪਟਿਆਲਾ। ਇਹ ਡੇਟਸ ਵੈਨਿਊ ਤੁਹਾਡੇ ਸਕਰੋਲ ਦੇ ਰੂਪ ਵਿੱਚ ਚੱਲ ਰਿਹਾ, ਉੱਥੇ ਵੀ ਤੁਸੀਂ ਪਹੁੰਚ ਕੇ ਕੈਨੇਡਾ ਸੰਬੰਧੀ ਕੋਈ ਜਾਣਕਾਰੀ ਲੈਣੀ ਉਹ ਲੈ ਸਕਦੇ ਹੋ। ਕੇਪ ਬ੍ਰਿਟਨ ਯੂਨੀਵਰਸਿਟੀ ਜਿਹੜੇ ਕਿ ਨੋਵਾ ਸਕੋਸ਼ੀਆ ਦੇ ਵਿੱਚ ਹੈ, ਉੱਥੋਂ ਸਾਡੇ ਨਾਲ ਗੈਸਟ ਮੌਜੂਦ ਨੇ। ਇਸ ਤੋਂ ਪਹਿਲੇ ਕਿ ਇਸ ਯੂਨੀਵਰਸਿਟੀ ਬਾਰੇ ਗੱਲਬਾਤ ਸ਼ੁਰੂ ਕਰੀਏ, ਉਹ ਆਈਲੈਂਡ ਬਾਰੇ ਤੁਹਾਡੇ ਨਾਲ ਡਿਸਕਸ਼ਨ ਸ਼ੁਰੂ ਕਰੀਏ, ਮੈਂ ਚਾਹੁੰਦਾ ਵੀ ਥੋੜੀ ਜਿਹੀ ਝਾਤ ਤੁਹਾਨੂੰ ਉਸ ਏਰੀਏ ਬਾਰੇ, ਉਸ ਯੂਨੀਵਰਸਿਟੀ ਬਾਰੇ ਮਰਵਾ ਦਿੱਤੀ ਜਾਵੇ। ਆਓ ਦੇਖਦੇ ਹਾਂ ਕੁਝ ਝਲਕੀਆਂ। ਸੋ ਇਹ ਸੀ ਜੀ ਕੁਝ ਝਲਕੀਆਂ ਜਿਹੜੀ ਯੂਨੀਵਰਸਿਟੀ ਤੇ ਆਈਲੈਂਡ ਬਾਰੇ ਤੁਹਾਨੂੰ ਦਿਖਾਇਆ ਗਿਆ। Eleanor, I want to please tell our student about the Cape Breton University and their courses and their programs which are beneficial for our students. Okay, Cape Breton University is located on eastern Canada, and we're on one of the world's most beautiful islands. We've been voted by National Geographic as the most beautiful island in North America. So we have a pristine location and we have wonderful weather. We're a small university, approximately 3,200 students, but 1,000 of those are international students. So over the last decade or so, we've built all kinds of supports for students, international student advisors, work placement officers, an immigration counselor, tutors and advisors, and all of the, even free airport pickup. So we really cater to the international students. We have dorms on site, residences, and we have a wide variety of programs for students to choose. So we have programs in the arts, in business, in science, and we have all kinds of undergraduate studies plus a master's in business administration. So lots to offer international students at Cape Breton University. And if we can ask you that, what are the programs for the engineers and the nursing programs? What is that available in your university? We have a certificate in public administration that would be great for nurses to go into. We also have a Bachelor of Engineering program and a Bachelor of Engineering Technology program, and both of those are popular programs with their students and with Punjabi students. Okay. But I want to ask you that we are talking off the record that you are also a past student or ex-student of this university. Correct, yes. Yeah. I am a graduate of Cape Breton University. I studied the Bachelor of Arts in Political Science. And what you want to say to the students which are viewers this time and watching you,
how's the students' life there? How's programs in the university there? So one of the great things about Cape Breton University is the connection between faculty and the students. We actually have some of the smallest class sizes in Canada and are consistently ranked #1 for student satisfaction in Canada, #1 for teaching instruction, as well as #1 for overall academic experience. And certainly what I would say is that if you are interested in studying in the Bachelor of Arts program, it is certainly one of the best places in Canada to take a degree in political science, history, sociology, philosophy, or other programs under that school. ਸੋ ਬੈਚਲਰ ਆਫ ਆਰਟਸ ਦੇ ਕੋਈ ਵੀ ਪ੍ਰੋਗਰਾਮਸ ਨੇ ਜਿਹਦੇ ਬ੍ਰੈਟ ਨੇ ਤੁਹਾਨੂੰ ਦੱਸਿਆ ਵੀ ਹਰ ਇੱਕ ਨਾਲ ਅਵੇਲੇਬਿਲਟੀ ਕੋਰਸਿਸ ਦੀ ਉੱਥੇ ਬਿਲਕੁਲ ਹਾਜ਼ਰ ਹੈ। ਪ੍ਰਦੀਪ ਜੀ ਤੁਹਾਡੇ ਕੋਲ ਆਉਣਾ ਚਾਹੁੰਦਾ ਕੇ ਬ੍ਰਿਟਨ ਯੂਨੀਵਰਸਿਟੀ ਵਾਲੇ ਨਾਰਥ ਤੇ ਬ੍ਰੈਟ ਸਾਡੇ ਨਾਲ ਨੇ, ਕੀ ਕਹਿਣਾ यूनिवर्सिटी बारे ਤੇ ਖਾਸ ਪ੍ਰੋਗਰਾਮਸ ਜਿਹੜੇ ਸਪੈਸ਼ਲ डिस्कस किए जा रहे हैं? जी देखिए, मैं बताना चाहूँगा कि ब्रिटेन यूनिवर्सिटी इट्स इन नोवा स्कोशिया। नोवा स्कोशिया में एक सिडनी सिटी है जहाँ पे ये यूनिवर्सिटी है। और आज की डेट में जैसे आपने प्रोग्राम स्टार्ट करते ही बोला कि कुछ बच्चे सिर्फ एंड सिर्फ ऑप्शंस नहीं थे उनके पास, वो जा रहे थे क्या नाम अपना ओंटारियो में, टोरंटो हो गया, आपका ब्रिटिश कोलंबिया हो गया, या फिर सस्केचुअन, मैनिटोबा। तो हम ये CBU के ब्रिटेन यूनिवर्सिटी लेके आए हैं जो कि नोवा स्कोशिया में है। अगर इसमें कोई जाता है, पहली बात है पब्लिक फंडेड यूनिवर्सिटी है, स्टूडेंट्स बहुत कम है इसमें, लाइक 3200 स्टूडेंट्स है, और जिसमें से 1000 स्टूडेंट्स 1000 स्टूडेंट्स 42 कंट्रीज से हैं, इंटरनेशनल स्टूडेंट्स हैं। तो सबसे बड़ा फायदा यही है कि आज की डेट में यहाँ स्टूडेंट्स बहुत कम गया हुआ है। और अगर आप ओंटारियो या ब्रिटिश कोलंबिया की बात करते हैं तो वहाँ पे स्टूडेंट्स बहुत ज्यादा है। अगर बहुत ज्यादा गया हुआ है तो वहाँ जॉब्स में बच्चों को बड़ी प्रॉब्लम्स आ रही है। यहाँ पे अगर बच्चा जाता है तो डेफिनेटली स्टूडेंट्स को काम की पॉसिबिलिटीज भी ज्यादा है, वर्क काफी मतलब वर्क अलाउ है बच्चों, मतलब मिल जाता है बच्चे को इजिली। और पब्लिक फंडेड यूनिवर्सिटीज है तो सबसे बड़ी बात यही है इसकी फीस बहुत कम है। अगर एक SPP कॉलेज की बात करें तो 12 से 14 हज़ार डॉलर या 15 हज़ार डॉलर होती है, और एक यूनिवर्सिटी की डिग्री 15 हज़ार डॉलर या 14 हज़ार डॉलर पर ईयर की फीस में मिलती है। तो कहने का मतलब है चीप एंड बेस्ट है। और दूसरी बात पब्लिक यूनिवर्सिटीज है तो काफी फायदा है स्टूडेंट्स को जो अगर नोवा स्कोशिया में जाते हैं तो इस यूनिवर्सिटी। And you know one thing I want to ask you that you are saying that engineering related or Bachelor of Arts related and nursing related program you have. But what are the availability of the job in the same field there for the student if they are coming in engineering or nursing in these areas? What are the availability of jobs there? Right. Well, one that comes to mind immediately is the Bachelor of Engineering Technology, because it's been named by the Canadian government as one of the top 5 job necessary or needed in the country, and we do have a petroleum industry, so there are jobs there, and our students get hired just about 100%. And then we have 2 career counselors on site, and so they're there free of charge to help students locate jobs in the field of study, whatever their field of study is, and particularly in the arts and in business as well, and to also prepare them for the Canadian workforce, so to make sure their resume is up to Canadian expectations and that they're prepared for interviews. So the job prospects is very good. Our unemployment rate in Cape Breton is 8.5%, so there are jobs available, but regardless of where they want to go with their education, these jobs have career opportunities for sure. ਪ੍ਰਦੀਪ ਜੀ ਤੁਹਾਡੇ ਕੋਲ ਆਉਣਾ ਚਾਹੁੰਦਾ, ਮੈਂ ਕਹੂੰਗਾ ਇੱਕ ਵਾਰੀ ਜ਼ਰੂਰ ਇਸ ਚੀਜ਼ ਨੂੰ ਥੋੜਾ ਜਿਹਾ ਆਪਣੇ ਲਹਿਜ਼ੇ ਨਾਲ ਵਿਊਅਰਸ तक पहुंचाया जाए, ਕੀ कहना चाहूँगा? देखिए, मैं बताना चाहूँगा जो इसमें प्रोग्राम्स हैं वो सारी मैं आपसे डिस्कस करना चाहूँगा। एक तो इनके पास जो बिजनेस बैचलर्स है, बैचलर ऑफ बिजनेस एडमिनिस्ट्रेशन, इसके अलावा इनके पास MBA है। MBA किसी भी स्ट्रीम का बच्चा ले सकता है, चाहे वो आर्ट का भी स्टूडेंट्स है। रिक्वायरमेंट 6.5, जितने भी प्रोग्राम्स हैं उसकी रिक्वायरमेंट 6.5 एंड नो लेस देन 6 है। और परसेंटेज लास्ट एजुकेशन में परसेंटेज 55% चाहिए। और इसके लिए अगर MBA कोई बच्चा करना चाहता है तो GMAT भी चाहिए जिसमें 500 स्कोर्स होना चाहिए। इसके अलावा इनके पास जो बैचलर ऑफ आर्ट्स है, जो स्टूडेंट्स आर्ट्स वाले बच्चे हैं वो बैचलर ऑफ आर्ट्स भी कर सकते हैं, बैचलर ऑफ हॉस्पिटल मैनेजमेंट कर सकते हैं। इसके अलावा बैचलर ऑफ साइंस है, बैचलर ऑफ इंजीनियरिंग टेक्नोलॉजी है जिसमें 3 या 4 स्ट्रीम है, इलेक्ट्रॉनिक एंड कंट्रोल्स, इन्वायरमेंटल स्टडीज एंड पेट्रोलियम। इसके अलावा जो बच्चे ANM GNM वाले हैं उनके लिए डिप्लोमा इन पब्लिक एडमिनिस्ट्रेशन एंड मैनेजमेंट है। इसके अलावा बैचलर ऑफ इंजीनियरिंग ट्रांसफर प्रोग्राम है, मतलब 2 साल स्टडी CBU में करें, के ब्रिटेन यूनिवर्सिटी में करें। इसके बाद 2 साल की डिग्री वो यूनिवर्सिटी ट्रांसफर दूसरी में ले सकते हैं जिसका नाम डलहौजी यूनिवर्सिटी है, जो कि केमिकल में है, सिविल में है, इलेक्ट्रिकल, इन्वायरमेंटल, इंडस्ट्रियल, मटेरियल, मैकेनिकल एंड मिनरल रिसोर्सेज। तो दीज आर द प्रोग्राम्स व्हिच आर अंडर दिस यूनिवर्सिटीज। But I want to ask you that there are many programs for the engineers. That what profile of engineer you want, what kind of student you want, or engineer there, you want that kind of student come here and study and they can get a better future there.
Sure. So depending on what students are looking at, we do have the Bachelor of Engineering Technology, which is certainly more applied, whereas the Bachelor of Engineering is more theoretical. Typically, if students are looking to go into the Bachelor of Engineering Technology and they already have a degree, we do have 3 options for them. The first one would be petroleum engineering. And typically the students that go into petroleum engineering would be students that are coming from a manufacturing background or perhaps a mechanical engineering background. The second option is the electronics and controls program. So typically students that have an electrical engineering background would be coming into electronics and controls. And the third program would be environmental studies. So if you were perhaps an environmental engineer or a chemical engineer, this would certainly be a subsection of the petroleum program to consider. The other option that we do have is the Bachelor of Engineering. And so this would include programs such as mechanical engineering, chemical engineering, industrial engineering. And if students are interested in transferring into this program, there has to be a line of connection. So, for example, if a student was a chemical engineer, perhaps they might want to consider not doing a second chemical engineering degree, but mineral resources, environmental engineering, or something that is slightly different but shows an added value. ਸੋ ਪੈਟਰੋਲੀਅਮ ਨਾਲ ਰਿਲੇਟਡ ਮੈਨੂਫੈਕਚਰਿੰਗ ਨਾਲ ਇਲੈਕਟ੍ਰਿਕ ਨਾਲ ਜਿਹੜੇ ਵੀ ਰਿਲੇਟਡ ਫੀਲਡ ਦੇ ਇੰਜੀਨੀਅਰਸ ਨੇ ਉਹਨਾਂ ਲਈ ਬਹੁਤ ਜ਼ਿਆਦਾ ਜਿਹੜੀ ਓਪਰਚੁਨਿਟੀਜ਼ ਨੇ ਉੱਥੇ ਬਟ ਇਹ ਚੀਜ਼ ਨੂੰ ਜ਼ਿਆਦਾ ਹਾਈਲਾਈਟ क्यों नहीं किया जाता क्यों इस चीज़ ਨੂੰ ਜ਼ਿਆਦਾ प्रमोट नहीं किया जा रहा सिंपल वर्ड्स में यहाँ बताना चाहूँगा जैसे कि अभी मिस्टर बैट ने बताया जो बच्चे यहाँ पे बीटेक वाले हैं वो चाहे इलेक्ट्रिकल है मैकेनिकल है सिविल है कोई भी स्ट्रीम रिलेटेड या केमिकल्स है इंडस्ट्रियल है वो पीजी और मास्टर्स की तरफ देखते हैं मोस्टली लेकिन यहाँ पे क्रॉस क्रेडिट मिलता है स्टूडेंट्स को और उनको ड्यूअल डिग्री एक तरह से एक इंडिया से लेके गए और एक डिग्री वहाँ से कर सकते हैं इस स्ट्रीम से जो भी कोई बच्चा तो पेट्रोलियम और इन्वायरमेंटल स्टडीज 2 डिग्री हैं जो कर सकते हैं और क्रॉस क्रेडिट के साथ साथ सिर्फ एंड सिर्फ वो मैक्सिमम 3 सेमेस्टर्स में उस पढ़ाई को कंप्लीट कर सकते हैं मतलब ये लगा लो कि 4 महीने की एक सेमेस्टर है फिर 4 महीने एक तरह से 12 महीने में या मैक्सिमम 18 मंथ में वो अपनी कंप्लीट कर सकता है और स्टडी कंप्लीट करके 18 मंथ या 12 मंथ में उसको 3 ईयर का वर्क वीजा भी मिलता है सो ਇਹ ਚੀਜ਼ਾਂ ਨੇ ਜਿਹੜੀਆਂ ਜਦੋਂ ਸਾਡੇ ਨਾਲ ਐਕਸਪਰਟ ਗੈਸਟ ਜੁੜਦੇ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਹੜੇ ਵੀ ਇੰਜੀਨੀਅਰਿੰਗ ਨਾਲ ਬੈਕਗ੍ਰਾਉਂਡ ਨਾਲ ਰਿਲੇਟਡ ਕਿਸੇ ਵੀ ਸਟਰੀਮ ਨਾਲ ਰਿਲੇਟਡ ਹੈ ਜਾਂ ਨਰਸਿੰਗ ਜਿਨ੍ਹਾਂ ਨੇ ANM GNM ਜਾਂ BSc ਨਰਸਿੰਗ ਕੀਤੀ ਹੈ ਉਹ ਵੈਸਟਰਨ ਓਵਰਸੀਜ਼ ਤੱਕ ਆਪਣਾ ਰਾਬਤਾ ਕਾਇਮ ਕਰ ਸਕਦੇ ਨੇ ਨੰਬਰਾਂ ਤੇ ਕਾਲ ਕਰਕੇ ਮੈਸੇਜ ਕਰਕੇ ਐਡਰੈਸ ਤੇ ਵਿਜ਼ਿਟ ਕਰਕੇ ਇੱਥੇ ਸਮਾਂ ਹੋ ਚੱਲਿਆ ਬ੍ਰੇਕ ਦੇ ਲਈ ਰੁਕਦੇ ਹਾਂ ਉਸ ਤੋਂ ਬਾਅਦ ਡਿਸਕਸ਼ਨ ਨੂੰ ਕੰਟੀਨਿਊ ਰੱਖਾਂਗੇ ਸਾਡੇ ਗੈਸਟ ਦੇ ਨਾਲ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ